ਜਿਹੜਾ ਗੋਇੰਦਵਾਲ ਜੇਲ੍ਹ ਦੇ ਵਿੱਚ ਇੰਸੀਡੈਂਟ ਹੋਇਆ ਉਹਦੇ 'ਚ ਮਾਨਯੋਗ ਸੀਐਮ ਸਾਹਿਬ ਬਹੁਤ ਉਹਨਾਂ ਨੇ ਸਖਤੀ ਨਾਲ ਲਿਆ ਇਹਨੂੰ। ਬਹੁਤ ਸਟ੍ਰਿਕਟ ਇੰਸਟਰਕਸ਼ਨ ਸੀਗੀਆਂ ਵੀ ਇੱਦਾਂ ਦਾ ਕੋਈ ਵੀ ਇੰਸੀਡੈਂਟ ਜਿਹੜਾ ਹੈ ਕਿਸੇ ਵੀ ਜਗ੍ਹਾ ਦੇ ਉੱਤੇ ਪੰਜਾਬ ਦੇ ਵਿੱਚ ਟੋਲਰੇਟ ਨਹੀਂ ਕੀਤਾ ਜਾਊਗਾ। ਉਸੇ ਸਬੰਧ 'ਚ ਇੱਕ ਜਿਹੜਾ ਆਪਾਂ ਨੂੰ ਪਤਾ ਹੈ ਕਿ 26 ਤਰੀਕ ਨੂੰ ਇੱਕ ਮਰਡਰ ਹੋਏ ਸੀਗੇ ਦੋ ਜੇਲ੍ਹ ਦੇ ਵਿੱਚ, ਜਿਹਦੇ ਵਿੱਚ ਗੈਂਗਸਟਰਸ ਦੀ ਆਪਸ ਦੇ ਵਿੱਚ ਜਿਹੜੀ ਲੜਾਈ ਹੋਈ ਸੀਗੀ, ਜਿਹਦੇ 'ਚ ਦੋ ਬੈਰਕਸ ਦੇ ਜਿਹੜੇ ਗੈਂਗਸਟਰ ਸੀਗੇ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਤਾਂ ਉੱਥੇ ਦੋ ਗਰੁੱਪਾਂ ਦੀ ਅਲੱਗ-ਅਲੱਗ ਆਪਸ 'ਚ ਲੜਾਈ ਹੋਈ, ਜਿਹਦੇ 'ਚ ਦੋ ਦੀ ਡੈਥ ਹੋ ਗਈ ਔਰ ਇੱਕ ਜਿਹੜਾ ਸੀਗਾ ਉਹ ਸੀਰੀਅਸਲੀ ਇੰਜਰਡ ਹੋਇਆ। ਉਸੇ ਸਬੰਧ ਦੇ ਵਿੱਚ ਇੱਕ ਵੀਡੀਓ ਜਿਹੜੀ ਆ ਵਾਇਰਲ ਹੋਈ ਸੀਗੀ, ਜਿਹੜੀ ਕਿ ਉਸੇ ਦਿਨ ਦੀ ਬਣੀ ਹੋਈ ਸੀਗੀ, ਜਿਹੜੀ ਅੱਜ ਅਲੱਗ-ਅਲੱਗ ਜਿਹੜੇ ਆ ਸੋਰਸਿਸ ਦੇ ਉੱਤੇ ਇਹ ਵਾਇਰਲ ਹੋਈ ਵੀਡੀਓ। ਸੋ ਇਸ ਸਬੰਧ ਦੇ ਵਿੱਚ ਪੰਜਾਬ ਗਵਰਨਮੈਂਟ ਦੀਆਂ ਬੜੀਆਂ ਸਖਤ ਹਦਾਇਤਾਂ ਹੈ ਮਾਨਯੋਗ ਸੀਐਮ ਸਾਹਿਬ ਦੀਆਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕਨਾਈਵੈਂਸ, ਕੋਈ ਨੈਗਲੀਜੈਂਸ ਆਫੀਸ਼ੀਅਲਸ ਦੀ ਟੋਲਰੇਟ ਨਹੀਂ ਕੀਤੀ ਜਾਊਗੀ। ਤੇ ਇਹ ਜਿਹੜਾ ਕੇਸ ਸੀਗਾ ਇਹਦੇ ਵਿੱਚ ਅੱਜ ਫਰੈਸ਼ FIR ਜਿਹੜੀ ਆ ਦਰਜ ਕੀਤੀ ਗਈ ਹੈ, ਜਿਹਦੇ ਵਿੱਚ 66 IT ਐਕਟ, 506 IPC, 149 IPC ਇਹ ਸੈਕਸ਼ਨਸ ਜਿਹੜੇ ਆ ਲਗਾਏ ਗਏ ਆ। ਤੇ 7 ਜਿਹੜੇ ਜੇਲ੍ਹ ਦੇ ਅਫੀਸ਼ੀਅਲਸ ਆ, 7 ਜੇਲ੍ਹ ਅਫੀਸ਼ੀਅਲਸ ਨੂੰ ਇਹਦੇ ਵਿੱਚ ਮੁਅੱਤਲ ਕੀਤਾ ਗਿਆ ਵਾ, ਜਿਹਦੇ ਵਿੱਚ ਜਿਨ੍ਹਾਂ ਦੇ ਮੈਂ ਨਾਮ ਦੱਸਣਾ ਚਾਹੂੰਗਾ। ਜਿਹਦੇ ਵਿੱਚ ਇੱਕ ਇਕਬਾਲ ਸਿੰਘ ਬਰਾੜ ਜਿਹੜੇ ਸੁਪਰਡੈਂਟ ਕੇਂਦਰੀ ਜੇਲ੍ਹ ਆ, ਇਹਨਾਂ ਨੂੰ ਮੁਅੱਤਲ ਕੀਤਾ ਗਿਆ। ਵਿਜੇ ਕੁਮਾਰ ਐਡੀਸ਼ਨਲ ਸੁਪਰਡੈਂਟ ਕੇਂਦਰੀ ਜੇਲ੍ਹ ਸ਼੍ਰੀ ਗੋਇੰਦਵਾਲ ਸਾਹਿਬ, ਜਸਪਾਲ ਸਿੰਘ ਖਹਿਰਾ ਐਡੀਸ਼ਨਲ ਸੁਪਰਡੈਂਟ ਕੇਂਦਰੀ ਜੇਲ੍ਹ ਸ਼੍ਰੀ ਗੋਇੰਦਵਾਲ ਸਾਹਿਬ। 3 ਜਿਹੜੇ ਨੇ ਉਹ ASI ਤੇ ਹੈੱਡ ਕਾਂਸਟੇਬਲ ਨੇ, ਇੱਕ ASI ਹਰਚੰਦ ਸਿੰਘ, ASI ਜੋਗਿੰਦਰ ਸਿੰਘ, ਹੈੱਡ ਕਾਂਸਟੇਬਲ ਸਵਿੰਦਰ ਸਿੰਘ। ਇਹਨਾਂ ਦੇ ਨਾਲ ਹੀ ਹਰੀਸ਼ ਕੁਮਾਰ ਜਿਹੜੇ ਕਿ ਸਹਾਇਕ ਸੁਪਰਡੈਂਟ ਤੇ ਉਸ ਅਹਾਤੇ ਦੇ ਇੰਚਾਰਜ ਸੀ, ਉਹਨਾਂ ਨੂੰ ਵੀ ਮੁਅੱਤਲ ਕੀਤਾ ਗਿਆ ਵਾ। ਮੁਅੱਤਲੀ ਦੇ ਨਾਲ ਬਹੁਤ ਸਖਤ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਕਿ ਜਿਹੜੀ FIR ਦਰਜ ਕੀਤੀ ਗਈ ਹੈ ਜਿਹੜੀ ਉਹ ਗੈਂਗਸਟਰਸ ਦੇ ਖਿਲਾਫ, ਜਿਹਦੇ ਵਿੱਚ ਵੀਡੀਓ ਵਾਇਰਲ ਹੋਈ ਆ, ਉਹਦੇ 'ਚ ਵੀ ਇਹਨਾਂ ਨੂੰ ਨੋਮੀਨੇਟ ਕੀਤਾ ਗਿਆ ਹੈ ਜੇਲ੍ਹ ਦੇ ਅਫੀਸ਼ੀਅਲਸ ਨੂੰ। 5 ਜਿਹੜੇ ਜੇਲ੍ਹ ਅਫੀਸ਼ੀਅਲਸ ਆ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ ਆ, ਜਿਹਦੇ ਵਿੱਚ ਇਕਬਾਲ ਸਿੰਘ ਬਰਾੜ ਸੁਪਰਡੈਂਟ ਸ਼੍ਰੀ ਗੋਇੰਦਵਾਲ ਸਾਹਿਬ ਜੇਲ੍ਹ ਦੇ, ਵਿਜੇ ਕੁਮਾਰ ਐਡੀਸ਼ਨਲ ਸੁਪਰਡੈਂਟ ਸ਼੍ਰੀ ਗੋਇੰਦਵਾਲ ਸਾਹਿਬ ਜੇਲ੍ਹ, ਹਰੀਸ਼ ਕੁਮਾਰ ਅਸਿਸਟੈਂਟ ਸੁਪਰਡੈਂਟ ਸ਼੍ਰੀ ਗੋਇੰਦਵਾਲ ਸਾਹਿਬ ਜੇਲ੍ਹ ਤੇ ASI ਜੋਗਿੰਦਰ ਸਿੰਘ ਤੇ ASI ਹਰਚੰਦ ਸਿੰਘ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹਰੀਸ਼ ਕੁਮਾਰ ਜਿਹੜੇ ਅਸਿਸਟੈਂਟ ਸੁਪਰਡੈਂਟ ਗੋਇੰਦਵਾਲ ਸਾਹਿਬ ਜੇਲ੍ਹ ਆ, ਇਹ ਉਸ ਵਾਰਡ ਦੇ ਉਸ ਏਰੀਏ ਦੇ ਇੰਚਾਰਜ ਸੀ। ਤੇ ਜਿਹੜੇ 2 ASIs ਨੂੰ ਅਰੈਸਟ ਕੀਤਾ ਗਿਆ ਹੈ, ਇਹ 2 ASI ਜਿਹੜੇ ਮੌਕੇ ਤੇ ਆਪਾਂ ਵੀਡੀਓ ਦੇਖਦੇ ਆ ਜਿਨ੍ਹਾਂ ਨੇ ਪ੍ਰੋਪਰ ਐਕਸ਼ਨ ਨਹੀਂ ਲਿਆ, ਇਹ ਉਹ 2 ASI ਆ। ਸੋ ਇਹ ਅਫੀਸ਼ੀਅਲਸ ਜਿਹੜੇ ਆ, ਇਹਨਾਂ ਦਾ ਮੇਨ ਹੈਗਾ ਹੈ ਕਿ ਇਹਨਾਂ ਦੀ ਇੱਕ ਤਾਂ ਨੈਗਲੀਜੈਂਸ ਕਿ ਮੋਬਾਈਲ ਜੇਲ੍ਹ ਦੇ ਅੰਦਰ ਕਿੱਦਾਂ ਗਿਆ, ਮੋਬਾਈਲ ਯੂਜ਼ ਕਿੱਦਾਂ ਹੋਇਆ, ਕਿਉਂਕਿ ਇਹ ਜਿਹੜਾ ਏਰੀਆ ਵਾ ਇੱਥੇ 3 ਹਾਈ ਸਿਕਿਉਰਿਟੀ ਜ਼ੋਨਸ ਬਣੀਆਂ ਹੋਈਆਂ, ਜ਼ੋਨ 1, 2 ਤੇ 3। ਜਿਹੜਾ ਇੰਸੀਡੈਂਟ ਹੋਇਆ ਸੀਗਾ ਉਹਦੇ ਵਿੱਚ ਜ਼ੋਨ 1 ਤੇ ਜ਼ੋਨ 2 ਦੇ ਵਿੱਚ ਜਿਹੜੇ ਗੈਂਗਸਟਰ ਸੀਗੇ, ਜਦੋਂ ਉਹਨਾਂ ਨੂੰ ਖੋਲ੍ਹਿਆ ਗਿਆ, ਜ਼ੋਨ 1 ਦੇ ਜਿਹੜੇ ਸੀਗੇ ਉਹਨਾਂ ਨੇ ਅਟੈਕ ਕੀਤਾ ਜ਼ੋਨ 2 ਤੇ। ਪਰ ਜ਼ੋਨ 2 ਦੇ ਵਿੱਚ ਕਿਉਂਕਿ ਜ਼ਿਆਦਾ ਉਹਨਾਂ ਦੀ ਜਿਹੜੀ ਆ ਮਾਤਰਾ ਜ਼ਿਆਦਾ ਸੀਗੀ, ਓਵਰ ਪਾਵਰ ਕਰ ਲਿਆ, ਜਿਹਦੇ ਵਿੱਚ 2 ਦੀ ਡੈਥ ਹੋ ਗਈ ਔਰ 1 ਇੰਜਰਡ ਹੋ ਗਿਆ। ਸੋ ਇਹ ਜੇਲ੍ਹ ਅਫੀਸ਼ੀਅਲਸ ਤੇ ਗੈਂਗਸਟਰਸ, ਇਹਨਾਂ ਨੂੰ ਜੇਲ੍ਹ ਅਫੀਸ਼ੀਅਲਸ ਨੂੰ ਮੇਨਲੀ ਨੈਗਲੀਜੈਂਸ ਤੇ ਕਨਾਈਵੈਂਸ ਵਾਸਤੇ ਮੁਅੱਤਲ ਕੀਤਾ ਗਿਆ ਵਾ, ਅਰੈਸਟ ਕੀਤਾ ਗਿਆ ਵਾ। ਔਰ ਇੱਕ ਤਰ੍ਹਾਂ ਦਾ ਇਹ ਸੰਕੇਤ ਆ ਕਿ ਕਿਸੇ ਵੀ ਜੇਲ੍ਹ ਦੇ ਵਿੱਚ, ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਨੈਗਲੀਜੈਂਸ ਜਿਹੜੀ ਆ ਬਿਲਕੁਲ ਟੋਲਰੇਟ ਨਹੀਂ ਕੀਤੀ ਜਾਊਗੀ। ਜਿੱਥੇ ਵੀ ਇੱਦਾਂ ਦੀ ਨੈਗਲੀਜੈਂਸ ਪਾਈ ਜਾਊਗੀ, ਇਸੇ ਤਰ੍ਹਾਂ ਹੀ ਸਖਤ ਐਕਸ਼ਨ ਜਿਹੜਾ ਹੈ ਉਹ ਲਿਆ ਜਾਏਗਾ। ਔਰ ਇਹਦੇ ਵਿੱਚ ਵੀ ਸਖਤ ਤੋਂ ਸਖਤ ਐਕਸ਼ਨ ਜਿਹੜਾ ਵਾ ਉਹ ਪੰਜਾਬ ਸਰਕਾਰ ਵੱਲੋਂ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਸਖਤ एक्शन लिया गया इस केस में। एक इंसिडेंट हुआ था गोविंदवाल श्री गोविंदवाल साहब जेल में, जो कि 26 जनवरी को हुआ था, जिसमें 2 गैंगस्टर्स के जो ग्रुप्स थे जो जोन हाई सिक्योरिटी जोन में बंद थे, जोन 1 और जोन 2 में, उनको जब खोला गया जब कुछ टाइम के लिए 3 बजे के आसपास, तो आपस में इनकी बहुत बुरी तरह से लड़ाई हुई, जिसमें 2 गैंगस्टर्स की डेथ हुई, एक गैंगस्टर जो था वो सीरियसली इंजर्ड हुआ। तो इस मसले पे आज एक वीडियो वायरल हुई थी जिसमें कुछ जो गैंगस्टर थे वो दिखाई दिए, जिन्होंने डबल मर्डर्स के बारे में बातचीत की, रिस्पॉन्सिबिलिटी ली उसकी। तो इसमें पंजाब गवर्नमेंट ने, सीएम साहब जो पंजाब के सीएम साहब ने बहुत इसको स्ट्रिक्टली लिया, सख्त उनकी हिदायतें थी कि इसमें कड़ी से कड़ी जो सख्त से सख्त कार्रवाई है वो की जाए। इस केस में अभी तक 7 जेल ऑफिसर्स जो हैं उनको सस्पेंड किया गया है, जिसमें इकबाल सिंह बराड़ जो सुपरिटेंडेंट श्री गोविंदवाल साहब जेल हैं, श्री विजय कुमार एडिशनल सुपरिटेंडेंट केंद्रीय जेल श्री गोविंदवाल साहब, जसपाल सिंह खैरा एडिशनल सुपरिटेंडेंट केंद्रीय जेल श्री गोविंदवाल साहब, ASI हरचंद सिंह,
ASI जोगिंदर सिंह, हेड कांस्टेबल सुरेंद्र सिंह और जो इस एरिया के इंचार्ज थे जो हरीश कुमार, सहायक सुप्रिटेंडेंट सेंट्रल जेल, इन 7 लोगों को सस्पेंड किया गया है। एक FIR इसमें रजिस्टर की गई है, जिस FIR में 66 IT एक्ट, 149 IPC, 506 IPC, जिसमें जो गैंगस्टर्स दिखाई दे रहे हैं उनके खिलाफ FIR दर्ज की गई है और जो जेल ऑफिशियल्स हैं इनके खिलाफ भी FIR दर्ज की गई है। इस केस में अब तक 5 जेल ऑफिशियल जो हैं उनको अरेस्ट किया गया है, जिसमें इकबाल सिंह बराड़ जो सुप्रिटेंडेंट सेंट्रल जेल हैं, जो विजय कुमार जो कि एडिशनल सुप्रिटेंडेंट हैं, हरीश कुमार जो असिस्टेंट सुप्रिटेंडेंट हैं और ASI जोगिंदर सिंह और ASI हरचंद सिंह जिनकी वहाँ पे ड्यूटी थी उस टाइम। तो 5 ऑफिशियल्स को अरेस्ट किया गया है, 7 ऑफिशियल्स को इसमें सस्पेंड किया गया है। इसके अलावा जो गैंगस्टर्स दिखाई दे रहे हैं उनके खिलाफ भी FIR दर्ज की गई है और उनको जल्दी ही प्रोडक्शन वारंट पे लेके आया जाएगा इस केस में। सर ये ਜਿਹੜੇ ਗੈਂਗਸਟਰ ਨੇ ਜਿਹੜੇ ਵੀਡੀਓ 'ਚ ਦਿਖ ਰਹੇ ਹੁਣ ਇਹਨਾਂ ਨੂੰ ਦੂਜੀ ਜੇਲ੍ਹ 'ਚ ਸ਼ਿਫਟ ਕਰ ਦਿੱਤਾ ਹੈ। ਇਹਨਾਂ ਨੂੰ ਕਾਫੀ, ਕਿਉਂਕਿ ਇਹਦੇ ਵਿੱਚ ਜਿਹੜੇ 2 ਗਰੁੱਪ ਸੀਗੇ, ਇੱਕ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੈਂਗਸਟਰ ਸੀਗੇ, ਇੱਕ ਜੱਗੂ ਭਗਵਾਨਪੁਰੀਆ ਗਰੁੱਪ ਦੇ ਗੈਂਗਸਟਰ ਸੀਗੇ। ਅੰਦੇਸ਼ਾ ਸੀਗਾ ਕਿ ਫਰਦਰ ਵੀ ਇਹਨਾਂ ਦੀ ਕੋਈ ਸਕਫਲ ਆਪਸ ਦੇ ਵਿੱਚ ਹੋ ਸਕਦੀ ਹੈ, ਕਿਉਂਕਿ ਕੁਝ ਡਿਫਰੈਂਸਿਸ ਇਹਨਾਂ ਦੇ ਵਿੱਚ ਸੀਗੇ। ਉਹਦੇ ਮੱਦੇਨਜ਼ਰ ਇਹਨਾਂ ਨੂੰ ਜਿਹੜੀਆਂ ਅਲੱਗ-ਅਲੱਗ ਜੇਲ੍ਸ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ, ਇਹਨਾਂ ਨੂੰ ਅਲੱਗ ਕਰ ਦਿੱਤਾ ਗਿਆ ਉੱਥੋਂ। ਅਲੱਗ-ਅਲੱਗ ਕਿਸੇ ਨੂੰ ਪਟਿਆਲਾ, ਹੁਸ਼ਿਆਰਪੁਰ ਔਰ ਬਠਿੰਡਾ ਵਗੈਰਾ ਇਹਨਾਂ ਜੇਲ੍ਸ ਦੇ ਵਿੱਚ ਇਹਨਾਂ ਨੂੰ ਸ਼ਿਫਟ ਕੀਤਾ ਗਿਆ। ਪਰ ਅਗਰ ਇਹਨਾਂ ਗੈਂਗਸਟਰਸ ਨੂੰ ਸਰ ਪਹਿਲੇ ਹੀ ਸ਼ਿਫਟ ਕਰ ਦਿੱਤਾ ਜਾਂਦਾ, ਪਹਿਲੇ ਅਲੱਗ-ਅਲੱਗ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ, ਅਗਰ ਇਸ ਤਰੀਕੇ ਦੀ ਇਨਪੁਟ ਸੀਗੀ ਕਿ ਇਹਨਾਂ ਦੇ ਵਿੱਚ ਡਿਫਰੈਂਸਿਸ ਨੇ, ਤਾਂ ਸ਼ਾਇਦ ਇਹ ਦੇਖੋ ਇਹ ਕਿਉਂਕਿ ਇੱਕੋ ਹੀ ਕੇਸ ਦੇ ਵਿੱਚ ਸਾਰੇ ਇਨਵੋਲਵਡ ਸੀਗੇ। ਜਿਹੜਾ ਇੱਕ ਸੈਂਸੇਸ਼ਨਲ ਮਰਡਰ ਕੇਸ ਸੀਗਾ ਉਸ ਕੇਸ ਦੇ ਵਿੱਚ ਇਨਵੋਲਵ ਸੀਗੇ। ਸੋ ਹੁਣ ਤੱਕ ਤਾਂ ਇਹ ਆਪਸ ਦੇ ਵਿੱਚ ਇਹਨਾਂ ਦੀ ਕੋਲੈਬੋਰੇਸ਼ਨ ਸੀਗੀ, ਆਪਸ 'ਚ ਇਹ ਕੰਪਲਿਸਿਸ ਸੀਗੇ ਇੱਕ ਦੂਜੇ ਦੇ। ਸੋ ਇਸ ਤਰ੍ਹਾਂ ਦੇ ਇਨਪੁਟਸ ਬਹੁਤ ਜ਼ਿਆਦਾ ਮਤਲਬ ਉਹਦੇ ਵਿੱਚ ਕੋਈ ਸਰਟਨ ਇਨਪੁਟਸ ਇਹੋ ਜਿਹੇ ਨਹੀਂ ਸੀਗੇ। ਪਰ ਜਦੋਂ ਇਹ ਹੁਣ ਲੜਾਈ ਹੋਈ ਹੈ ਜਿਹੜੀ ਇਹ ਗੈਂਗ ਵਾਰ ਹੋਈ ਹੈ ਜੇਲ੍ਹ ਦੇ ਅੰਦਰ, ਉੱਥੋਂ ਇਹ ਜ਼ਿਆਦਾ ਪਤਾ ਲੱਗਿਆ। ਸੋ ਉਸ ਤੋਂ ਬਾਅਦ ਹੀ ਇਹ ਫਰਦਰ ਐਂਟੀਸਪੇਟ ਕੀਤਾ ਗਿਆ ਕਿ ਅੱਗੇ ਤੋਂ ਵੀ ਇਦਾਂ ਦੀ ਕੋਈ ਖਦਸ਼ਾ ਹੈਗਾ ਹੈ, ਉਹਦੇ ਮੱਦੇਨਜ਼ਰ ਇਹਨਾਂ ਨੂੰ ਸ਼ਿਫਟ ਕੀਤਾ ਗਿਆ। ਇਸ ਤੋਂ ਪਹਿਲਾਂ ਤਾਂ ਇਹ ਸਾਰੇ ਇੱਕੋ ਹੀ ਕੇਸ ਦੇ ਵਿੱਚ ਇਨਵੋਲਵ ਸੀਗੇ ਔਰ ਉਸ ਕੇਸ ਦੇ ਵਿੱਚ ਹਰ ਇੱਕ ਦਾ ਰੋਲ ਆ, ਅਲੱਗ-ਅਲੱਗ ਰੋਲ ਆ ਉਸ ਕੇਸ ਦੇ ਵਿੱਚ। ਜਿਹੜੇ 2 ਮਰੇ ਆ ਉਹਨਾਂ ਦਾ ਵੀ ਰੋਲ ਆ, ਜਿਹੜੇ 7 ਜਿਹੜੇ ਨੋਮੀਨੇਟ ਹੋਏ FIR ਦੇ ਵਿੱਚ 302 ਦੇ ਵਿੱਚ, ਸਾਰੇ ਇੱਕੋ ਕੇਸ ਦੇ ਵਿੱਚ ਕਨਾਈਵੈਂਸ ਆ। ਕਿਸੇ ਨੇ ਲੌਜਿਸਟਿਕ ਪ੍ਰੋਵਾਈਡ ਕੀਤੇ ਆ, ਕਾਫੀ ਸਾਰੇ ਇਹਦੇ ਵਿੱਚ ਉਸ ਕੇਸ ਦੇ ਵਿੱਚ ਸ਼ੂਟਰ ਵੀ ਆ। ਸੋ ਉਸ ਤੋਂ ਬਾਅਦ ਜਦੋਂ ਇਹ ਲੜਾਈ ਹੋਈ ਜੇਲ੍ਹ ਦੇ ਵਿੱਚ, ਉਸ ਤੋਂ ਬਾਅਦ ਹੀ ਜ਼ਿਆਦਾ ਇਹ ਚੀਜ਼ ਸਾਹਮਣੇ ਆਈ ਕਿ ਇਹਨਾਂ ਦੇ ਆਪਸ ਦੇ ਵਿੱਚ ਕਈ ਗੱਲਾਂ ਨੂੰ ਲੈ ਕੇ ਡਿਫਰੈਂਸ ਨੇ, ਜਿਹਦੇ ਤੋਂ ਬਾਅਦ ਇਹ ਸ਼ਿਫਟ ਕੀਤਾ ਗਿਆ। ਸਭ ਤੋਂ ਵੱਡਾ ਸਵਾਲ ਹੈਗਾ ਕਿ ਮੋਬਾਈਲ ਦੇ ਵਿਚਕਾਰ ਉਹ ਵੀਡੀਓ ਬਣਾਉਂਦੇ ਨੇ, ਜਸ਼ਨ ਬਣਾਉਂਦੇ ਨੇ, ਹਾਈ ਟੈਕ, ਮਤਲਬ ਜੇਲ੍ਹ ਦੇ ਵਿਚਕਾਰ ਹੀ। ਦੇਖੋ ਇਹੀ ਤਾਂ ਰੀਜ਼ਨ ਹੈ ਜੀ, ਤਦੇ ਹੀ ਤਾਂ ਇੰਨਾ ਸਖਤ ਐਕਸ਼ਨ ਲਿਆ ਗਿਆ ਹੈ ਕਿ 7 ਜਿਹੜੇ ਕਰਮਚਾਰੀ ਆ ਉਹਨਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਹਨਾਂ ਨੂੰ FIR ਦੇ ਵਿੱਚ ਨੋਮੀਨੇਟ ਕੀਤਾ ਗਿਆ ਹੈ। ਸੋ ਸਭ ਤੋਂ ਸਖਤ ਐਕਸ਼ਨ ਜੇ ਕਿਸੇ ਕੇਸ ਦੇ ਵਿੱਚ ਹੋ ਸਕਦਾ ਹੈ, ਮੁਅੱਤਲੀ ਕਰਕੇ ਕੇਸ ਦੇ ਵਿੱਚ ਕਨਾਈਵੈਂਸ ਐਂਡ ਨੈਗਲੀਜੈਂਸ ਦਾ ਉਹਨਾਂ ਨੂੰ ਸਟੈਬਲਿਸ਼ ਕਰਕੇ ਅਰੈਸਟ ਕਰਨਾ। ਸੋ ਇਹ ਇੱਕ ਤਰ੍ਹਾਂ ਦਾ ਲੈਸਨ ਆ ਫਿਊਚਰ ਵਾਸਤੇ ਵੀ ਕਿ ਕਿਤੇ ਵੀ ਜੇ ਇਦਾਂ ਦਾ ਇਨਸੀਡੈਂਟ ਹੋਏਗਾ, ਇਨਟੋਲਰੇਬਲ ਇਨਸੀਡੈਂਟ ਆ। ਅੱਜ ਸਵੇਰ ਤੋਂ ਹੀ CM ਸਾਹਿਬ ਖੁਦ ਇਹਨੂੰ ਮੋਨੀਟਰ ਕਰ ਰਹੇ ਸੀਗੇ, ਉਹਨਾਂ ਦੀਆਂ ਹਦਾਇਤਾਂ ਤੇ ਕਿ ਇਹ ਜਿਹਾ ਕੋਈ ਵੀ ਕੇਸ ਸਟੇਟ ਦੇ ਵਿੱਚ ਕਿਤੇ ਵੀ, ਚਾਹੇ ਕਿਤੇ ਵੀ ਹੋਵੇ, ਇਹੋ ਜਿਹਾ ਕੇਸ ਟੋਲਰੇਟ ਬਿਲਕੁਲ ਨਹੀਂ ਕੀਤਾ ਜਾਊਗਾ। ਸਰ ਮੋਬਾਈਲ ਕਿੱਥੋਂ ਆਇਆ ਤੇ ਉਹਦੇ ਵਿੱਚ ਸਿਮ ਵਗੈਰਾ ਜਿਹੜਾ ਨੈਟ ਚੱਲਦਾ ਸੀ, ਉਹ ਦੇਖੋ ਉਦੋਂ ਮੌਕੇ ਤੇ ਕੁਝ ਮੋਬਾਈਲ ਜਿਹੜੇ ਤੇ ਮਿਲੇ ਸੀਗੇ, ਕਿਉਂਕਿ ਵੀਡੀਓ ਉਸੇ ਟਾਈਮ ਦੀ ਬਣੀ ਹੈ ਜਦੋਂ ਇਨਸੀਡੈਂਟ ਹੋਇਆ, ਤੁਰੰਤ ਇਹ ਵੀਡੀਓ ਬਣੀ ਹੈ। ਤਾਂ ਉਸ ਤੋਂ ਬਾਅਦ ਉਹਨਾਂ ਨੇ ਉਹ ਵੀਡੀਓ ਕਿਸ ਤਰੀਕੇ ਦੇ ਨਾਲ ਅੱਗੇ ਫਰਦਰ ਗਈ ਔਰ ਜਿਹੜੀ ਹੁਣ ਜਦੋਂ ਇਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਜਾਏਗਾ, ਉਹਦੇ ਵਿੱਚ ਕਿਹੜੇ ਮੋਬਾਈਲ ਯੂਜ਼ ਹੋਇਆ ਸੀਗਾ, ਜਾਂ ਕੁਝ ਮੋਬਾਈਲ ਆਲਰੇਡੀ ਕਸਟਡੀ ਦੇ ਵਿੱਚ ਲੈ ਲਏ ਗਏ ਸੀਗੇ ਤੁਰੰਤ, ਪਰ ਕਿਉਂਕਿ ਵੀਡੀਓ ਜਿਹੜੀ ਆ ਲਾਈਵ ਬਣਾ ਕੇ ਉਸੇ ਵੇਲੇ ਸਰਕੂਲੇਟ ਕਰ ਦਿੱਤੀ ਗਈ ਸੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਆ ਜਾਣਗੀਆਂ ਫਿਊਚਰ। सर जेल्स में जैमर्स नहीं थे क्या, और एक स्कीम भी थी जैमर्स लगाने की, क्या नहीं वो एक अलग इशू है। जैमर्स कई बार इतने सक्सेसफुल नहीं हो पा रहे, सो वो एक स्टडी चल रही है। कई जगह पे हमने वी हैव ट्राइड के भी जैमर्स लगाए जाएं, लेकिन वो क्योंकि टेक्नोलॉजी चेंज होती रहती है ओवर ए पीरियड ऑफ टाइम, 3G से 4G हो गई और 4G से 5G हो गई, तो टेक्नोलॉजी की वजह से कई बार जैमर्स इतने सक्सेसफुल नहीं हो पा रहे। सर एक तरह इस केस में 2-3 दिन पहला भी ਇਹਨਾਂ ਦਾ ਆਪਸੀ ਝਗੜਾ ਹੋਇਆ ਸੀਗਾ, ਜਿਹੜੀ ਜਾਣਕਾਰੀ ਹੈ ਕਿ ਦੂਜੇ ਗਰੁੱਪ ਦੇ ਜਿਹੜੇ, ਕਿਉਂਕਿ ਜੱਗੂ ਤੇ ਲਾਰੈਂਸ ਦੀ ਅੱਜਕੱਲ ਨਹੀਂ ਚੱਲ ਰਹੀ, ਪਹਿਲਾਂ ਵੀ ਇਹਨਾਂ ਦੀ 2-3 ਦਿਨ ਪਹਿਲਾਂ ਵੀ ਆਪਸ ਵਿੱਚ ਮਨਪ੍ਰੀਤ ਭਾਊ ਨਾਲ ਲੜਾਈ ਹੋਈ ਸੀ, ਤਾਂ बीच बचाव हो गया ਸੀਗਾ, ਲੇਕਿਨ ਉਸ ਤੋਂ ਬਾਅਦ ਵੀ ਜੇਲ੍ਹ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਇਹਨਾਂ ਨੂੰ ਜਿਹੜੀ ਦੇਖੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜੀ, ਹੁਣ ਤਫਤੀਸ਼ ਜਦੋਂ ਕਰਾਂਗੇ, ਕਿਉਂਕਿ ਅਸੀਂ ਇਹਦੇ ਵਿੱਚ ਇਹ ਮੰਨ ਕੇ ਚੱਲ ਰਹੇ ਕਿ ਜੇਲ੍ਹ ਅਫੀਸ਼ੀਅਲਸ ਦੀ ਨੈਗਲੀਜੈਂਸ ਵੀ ਆ ਔਰ ਕਨਾਈਵੈਂਸ ਵੀ ਆ।
ਸੋ ਜਦੋਂ ਹੁਣ ਇਹਨਾਂ ਦੀ ਪੁੱਛਗਿੱਛ ਕਰਾਂਗੇ, ਹੁਣ ਅਸੀਂ ਜੇਲ੍ਹ ਅਫੀਸ਼ੀਅਲਸ ਨੂੰ ਵੀ ਅਰੈਸਟ ਕੀਤਾ ਹੈ, 5 ਜੇਲ੍ਹ ਅਫੀਸ਼ੀਅਲਸ ਨੂੰ ਅਰੈਸਟ ਕੀਤਾ ਹੈ, ਗੈਂਗਸਟਰਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਬਕਾਇਦਾ ਕੋਰਟ ਤੋਂ ਪਰਮਿਸ਼ਨ ਲੈ ਕੇ ਉਹਨਾਂ ਨੂੰ ਲਿਆਂਦਾ ਜਾਊਗਾ। ਸੋ ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ 'ਚ ਆ ਜਾਣਗੀਆਂ। इस केस में पुलिस ने अच्छा काम किया, लेकिन अजनाला में जो इंसिडेंट हुआ अभी तक FIR नहीं हुई। नहीं, अभी आज का जो मेन फोकस है ना हमारा इसी पे है। G20 देखो G20 ਦਾ ਕੋਈ ਇਦਾਂ ਦਾ ਨਹੀਂ ਹੈਗਾ, ਉਹ ਕੋਈ ਇਹੋ ਜਿਹੀ ਅਫੀਸ਼ੀਅਲ ਨਿਊਜ਼ ਨਹੀਂ ਹੈਗੀ। G20 ਜਿਹੜੀ ਆ ਹੋ ਰਹੀ ਅੰਮ੍ਰਿਤਸਰ ਦੇ ਵਿੱਚ। ਪੰਜਾਬ ਪੁਲਿਸ ਪੂਰੀ ਤਰ੍ਹਾਂ ਕੈਪੇਬਲ ਆ, ਅਸੀਂ ਪੂਰੀ ਤਰ੍ਹਾਂ ਗੀਅਰਡ ਅਪ ਆ ਸਿਕਿਉਰਿਟੀ ਪ੍ਰੋਵਾਈਡ ਕਰਨ ਵਾਸਤੇ। ਔਰ ਉਹ ਜਿਹੜੀ ਖਬਰ ਜਿਹੜੀ ਚੱਲੀ ਸੀਗੀ, ਉਹ ਖਬਰ ਦੀ ਕੋਈ ਸਰਟਨਟੀ ਨਹੀਂ ਹੈਗੀ, ਹੁਣ ਆ ਵੀ ਚੁੱਕਿਆ ਹੈ, ਆਲਰੇਡੀ ਕਨਫਰਮ ਹੋ ਗਿਆ ਕਿ G20 ਅੰਮ੍ਰਿਤਸਰ ਦੇ ਵਿੱਚ ਹੋ ਰਹੀ ਹੈ। ਔਰ ਉਹਦੇ ਵਿੱਚ ਪੁਲਿਸ ਪੂਰੀ ਤਰ੍ਹਾਂ, ਪੰਜਾਬ ਗਵਰਨਮੈਂਟ, ਪੰਜਾਬ ਪੁਲਿਸ ਪੂਰੀ ਤਰ੍ਹਾਂ ਕੈਪੇਬਲ ਆ, ਅਸੀਂ ਪੂਰੀ ਤਿਆਰੀ ਕੀਤੀ ਹੋਈ ਹੈ ਔਰ ਵਧੀਆ ਸਿਕਿਉਰਿਟੀ ਸਰ, ਸਿੱਧੂ ਮੂਸੇਵਾਲੇ ਦੇ ਫਾਦਰ ਮਦਰ ਨੂੰ ਦੁਬਾਰਾ ਤੋਂ ਧਮਕੀ ਆਈ, ਉਹਨੂੰ ਲੈ ਕੇ ਪੁਲਿਸ ਦੀ ਇਨਵੈਸਟੀਗੇਸ਼ਨ 'ਚ ਕੁਝ ਨਿਕਲ ਕੇ ਸਾਹਮਣੇ ਆਇਆ? ਦੁਬਾਰਾ ਈਮੇਲ ਥਰੂ ਜਿਹੜੀ ਧਮਕੀ ਆਈ? ਦੇਖੋ ਉਹਦੇ ਤੇ ਕਿਉਂਕਿ ਪਰਟੀਕੁਲਰ ਕੇਸ ਦੇ ਉੱਤੇ ਨਹੀਂ ਮੈਂ ਟਿੱਪਣੀ ਕਰ ਪਾਉਂਗਾ, ਕੋਈ ਫਰਦਰ ਡਿਟੇਲ ਲੈ ਕੇ ਆਪਾਂ ਕੱਲ ਸ਼ਾਇਦ ਦੁਬਾਰਾ ਮਿਲਾਂਗੇ, ਉਦੋਂ ਗੱਲ ਕੀਤੀ ਜਾ ਸਕਦੀ ਸਰ, ਇੱਕ ਹੈ। ਸਵਾਲ ਹੈਗਾ ਕਿਉਂਕਿ ਜਦ ਸਿੱਧੂ ਮੂਸੇਵਾਲੇ ਨੂੰ ਮਾਰੇ ਸੀ ਤਾਂ ਵੀ ਅਜਿਹੀ ਵੀਡੀਓ ਬਾਅਦ ਚ ਸਾਹਮਣੇ ਆਈ ਸੀ ਕਿ ਜਸ਼ਨ ਮਨਾਉਂਦੇ ਨਜ਼ਰ ਆਏ ਸੀ। ਹੁਣ ਇਹ ਆਪਣੇ ਹੀ ਦੋਸਤ ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਮਾਰਦੇ, ਉੱਥੇ ਇੱਕ ਵਾਰ ਫਿਰ ਜਸ਼ਨ ਮਨਾਉਂਦੇ ਨਜ਼ਰ ਆਉਂਦੇ, ਲੇਕਿਨ ਇਸ ਵਾਰ ਗੱਲ ਇਹ ਹੈ ਬਾਹਰ ਸੀਗੇ, ਹੁਣ ਜੇਲ੍ਹ ਦੇ ਵਿੱਚ। ਉਹੀ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਕਿ ਜਿਹੜਾ ਕਿਉਂਕਿ ਇਨਸੀਡੈਂਟ ਜਿਹੜਾ ਮੰਦਭਾਗਾ ਵਾ ਜੋ ਅੰਦਰ ਹੋਇਆ ਹੈ, ਔਰ ਇਹਦੇ ਵਿੱਚ ਤਾਂ ਅਸੀਂ ਇਹ ਕਹਿ ਹੀ ਰਹੇ ਹਾਂ ਕਿ ਜਿਹੜੇ ਅਫੀਸ਼ੀਅਲਸ ਦੀ ਗਲਤੀ ਆ, ਅਸੀਂ ਤਾਂ ਉਹਨਾਂ ਦੇ ਖਿਲਾਫ ਇਸ ਤੋਂ ਸਖਤ ਕਾਰਵਾਈ ਕੀ ਹੋ ਸਕਦੀ ਹੈ? ਮੁਅੱਤਲ ਕਰਨਾ, ਮੁਅੱਤਲ ਕਰਕੇ FIR 'ਚ ਨੋਮੀਨੇਟ ਕਰਕੇ ਉਹਨਾਂ ਨੂੰ ਅਰੈਸਟ ਕਰਨਾ। ਸੋ ਇੱਕ ਲੈਸਨ ਫਿਊਚਰ ਵਾਸਤੇ, ਅੱਗੇ ਤੋਂ ਕੋਈ ਵੀ ਮਤਲਬ ਜੇਲ੍ਸ ਦੇ ਵਿੱਚ ਇਦਾਂ ਦਾ ਕੋਈ ਵੀ ਇਨਸੀਡੈਂਟ ਬਿਲਕੁਲ ਟੋਲਰੇਟ ਨਹੀਂ ਕੀਤਾ ਅੱਗੇ ਜੀ ਮਹਿੰਦਰਪਾਲ ਬਿੱਟੂ ਵੀ ਮਾਰਿਆ ਗਿਆ ਸੀ ਜੇਲ੍ਹ ਦੇ ਵਿੱਚ, ਜਿਹੜਾ ਸਰਸੇ ਦਾ ਮੇਰਾ ਸਰਸਾ ਪ੍ਰੀਮੀਅਰ ਸੀਗਾ, ਤੇ ਨਾਲ ਹੀ ਪੂਲੇ ਨਿਹੰਗ ਨੂੰ ਜਦੋਂ ਮਾਰਿਆ ਗਿਆ ਸੀ ਜੇਲ੍ਹ ਦੇ ਵਿੱਚ ਹੀ, ਕੀ ਉਹਨਾਂ ਦੇ ਤਾਂ ਵੀ ਜਿਹੜੇ ਸਟਾਫ ਸੀਗੇ FIR ਹੋਈ ਆ ਜਾਂ ਕੋਈ ਪਹਿਲਾ ਕੇਸ ਹੀ ਆ ਇਹ ਜਿਹੜਾ FIR ਤੁਸੀਂ? ਨਹੀਂ, ਉਹਦੇ ਬਾਰੇ 'ਚ ਹੁਣ ਮੈਨੂੰ ਇੰਨਾ ਰਿਕਾਲ ਨਹੀਂ ਮੈਂ ਕਰ ਪਾ ਰਿਹਾ ਕਿਉਂਕਿ ਉਹ ਬਹੁਤ ਪੁਰਾਣੇ ਕੇਸਿਸ ਨੇ, ਪਰ ਉਹਦੇ 'ਚ ਵੀ ਜਿਹੜੇ ਬੰਦਿਆਂ ਨੇ ਕੀਤਾ ਸੀਗਾ ਉਹ ਸਾਰੇ ਅਰੈਸਟ ਹੋਏ ਸੀਗੇ। ਜੇਲ੍ਹ ਅਫੀਸ਼ੀਅਲਸ ਤੇ ਕੀ ਕਾਰਵਾਈ ਹੋਈ ਸੀ ਉਹਦਾ ਰਿਕਾਰਡ ਦਾ ਇੱਕ ਵਿਸ਼ਾ ਹੈ ਜੀ। ਦੇਖ ਸਰ, ਬੜੀ ਐਪਰੀਹੈਂਸ਼ਨ ਹੈ ਹੁਣ ਕਿ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਦੇ ਵਿਚਕਾਰ ਜੋ ਹੈ ਗੈਂਗਵਾਰ ਜੋ ਹੈ ਉਹ ਹੋ ਸਕਦੀ ਹੈ, ਉਸ ਨੂੰ ਲੈ ਕੇ ਪੁਲਿਸ ਦੀ ਨਹੀਂ, ਉਹ ਅਸੀਂ ਪੂਰੀ ਤਰ੍ਹਾਂ ਸਤਰਕ ਹੈ ਜੀ ਉਸ ਚੀਜ਼ ਨੂੰ ਲੈ ਕੇ। ਜਿੱਦਾਂ ਮੈਂ ਜੇਲ੍ਹ ਦੇ ਅੰਦਰ ਤੁਹਾਨੂੰ ਦੱਸਿਆ ਕਿ ਜਦੋਂ ਇਹ ਗੱਲ ਸਾਹਮਣੇ ਆਈ, ਸਾਰਿਆਂ ਨੂੰ ਸੈਗਰੀਗੇਟ ਕਰ ਦਿੱਤਾ, ਜੇਲ੍ਹ ਜਿਹੜੀਆਂ ਸਾਰਿਆਂ ਦੀਆਂ ਸ਼ਿਫਟ ਕਰ ਦਿੱਤੀਆਂ ਗਈਆਂ, ਅਲੱਗ-ਅਲੱਗ ਜਗ੍ਹਾ ਤੇ ਕਰ ਦਿੱਤਾ। ਸਿਮਿਲਰਲੀ ਜੇਲ੍ਹ ਤੋਂ ਬਾਹਰ ਮਤਲਬ ਨਾਰਮਲ ਆਪਾਂ ਗੱਲ ਜਦੋਂ ਕਰਦੇ ਹਾਂ, ਉੱਥੇ ਵੀ ਜਿਹੜੀ AGTF ਆ, ਸਾਡੀ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਆ, ਉਹ ਉਹਨਾਂ ਦੀ ਜਾਣਕਾਰੀ 'ਚ ਇਹ ਚੀਜ਼ ਔਰ ਇਹ ਚੀਜ਼ ਦੇ ਉੱਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਔਰ ਜਿੱਥੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਊਗੀ, ਜੋ ਪ੍ਰੀਐਮਪਟਿਵ ਐਕਸ਼ਨ ਲੈਣਾ ਪਏਗਾ ਉਹ ਲਿਆ ਜਾਏਗਾ। ਜੋ ਸਾਹਿਬ ਇੱਕ ਐਕਸ਼ਨ ਜਿਹੜਾ ਤੁਸੀਂ ਲਿੱਤਾ ਹੈ, 5 ਜਿਹੜੇ ਆਫੀਸਰਸ ਨੂੰ ਸਸਪੈਂਡ ਕੀਤਾ, ਜਿਹੜੀ ਵੀ ਇਨਕੁਆਇਰੀ ਕੀਤੀ, ਲੇਕਿਨ ਸਵਾਲ ਦੁਬਾਰਾ ਤੋਂ ਉਹੀ ਹੈ ਕਿ ਜਿਹੜੇ ਮੋਬਾਈਲ ਫੋਨਸ ਨੇ ਉਹ ਲਗਾਤਾਰ ਮੋਸਟਲੀ ਜੇਲ੍ਹਾਂ 'ਚ ਚੱਲ ਰਹੇ। ਹਾਲਾਂਕਿ ਬਠਿੰਡਾ ਦੀ ਜਿੱਦਾਂ ਕਾਫੀ ਹਾਈਟੈਕ ਜੇਲ੍ਹ ਹੈ, ਲੇਕਿਨ ਨਾਲ ਦੇ ਨਾਲ ਮੋਬਾਈਲ ਦਾ ਜਿਹੜਾ ਯੂਜ਼ ਹੈ, ਚਾਹੇ ਉਹ ਇੰਟਰਨੈਟ ਕਾਲਿੰਗ ਹੋਵੇ, ਜਿੱਦਾਂ ਵੀਡੀਓ ਵੀ ਵਾਇਰਲ ਹੋਇਆ ਹੈ, ਤਾਂ ਇਹਨੂੰ ਲੈ ਕੇ ਵੀ ਬਾਰ-ਬਾਰ ਇਹੀ ਗੱਲ ਨਹੀਂ, ਇਹਦੇ ਤੇ ਰਾਜੀ ਜੀ ਪਹਿਲਾਂ ਵੀ ਕਰਦੇ ਰਹੇ ਆ। ਜੇਲ੍ਹ ਦੇ ਵਿੱਚ ਦੇਖੋ ਰੈਗੂਲਰ ਸਰਪ੍ਰਾਈਜ਼ ਚੈਕਿੰਗਸ ਹੁੰਦੀਆਂ ਹੈ, ਜਿਹਦੇ ਵਿੱਚ ਜ਼ਿਲ੍ਹਾ ਪੁਲਿਸ ਜਿਹੜੀ ਹੈ ਸਰਪ੍ਰਾਈਜ਼ ਚੈਕਿੰਗ ਵੀ ਕਰਦੀ ਆ। ਐਂਟਰੀ ਕਰਨ ਵੇਲੇ ਵੀ ਜਦੋਂ ਪ੍ਰੋਪਰ ਚੈਕਿੰਗ ਹੁੰਦੀ ਆ, ਕਈ ਥਾਵਾਂ ਦੇ ਉੱਤੇ ਇਦਾਂ ਦੀਆਂ ਚੀਜ਼ਾਂ ਦੇਖੀਆਂ ਗਈਆਂ ਕਿ ਕਈ ਵਾਰੀ ਜੇਲ੍ਹ ਦੀ ਜਿਹੜੀ ਕੰਧ ਦੇ ਉੱਤੋਂ ਦੀ ਜਿਹਨੂੰ ਫਿੰਕਾ ਕਹਿ ਦਿੰਦੇ ਆ ਨਾਰਮਲੀ, ਉਹ ਜਿਹੇ ਇਨਸੀਡੈਂਟਸ ਵੀ ਦੇਖੇ ਗਏ ਆ। ਸੋ ਉਹ ਚੀਜ਼ ਜਿਹੜੀ ਹੈ, ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਹੀ ਹੁਣ ਇਹਨੂੰ ਹੋਰ ਜਿਵੇਂ ਸਰਪ੍ਰਾਈਜ਼ ਚੈਕਿੰਗਸ ਹੋਰ ਵਧਾਈਆਂ ਜਾਣਗੀਆਂ ਕਿ ਆਲ ਆਫ ਅ ਸਡਨ ਜਿਸ ਤਰ੍ਹਾਂ ਜ਼ਿਲ੍ਹਾ ਪੁਲਿਸ ਜਾਵੇ 200-400 ਬੰਦੇ ਲੈ ਕੇ, ਈਵਨ SSP ਲੈਵਲ ਤੇ CP ਲੈਵਲ ਤੇ ਵੀ ਇਸ ਚੀਜ਼ ਨੂੰ ਹੋਰ ਅਸੀਂ ਵਧਾਵਾਂਗੇ ਕਿ ਫਿਊਚਰ ਦੇ ਵਿੱਚ ਵੀ ਚੈਕਿੰਗ ਵੀ ਸਟ੍ਰਿੰਜੈਂਟ ਕੀਤੀ ਜਾਵੇ, ਪਲੱਸ ਸਰਪ੍ਰਾਈਜ਼ ਚੈਕਿੰਗ ਜੇਲ੍ਹ ਦੀਆਂ ਜਿਹੜੀਆਂ ਉਹਨਾਂ ਨੂੰ ਹੋਰ ਵਧਾਇਆ ਜਾਵੇ। ਉਹ ਰॉड्स ਇਹਨਾਂ ਨੇ ਯੂਜ਼ ਕੀਤੀਆਂ ਔਰ ਜਿਹੜੀਆਂ ਆਪਾਂ ਪੱਤਰੀਆਂ ਜਿਹਨੂੰ ਆਪਾਂ ਕਹਿੰਦੇ ਆ ਜੀ, ਲੋਹੇ ਦੀਆਂ ਪੱਤਰੀਆਂ ਜਿਹੜੀਆਂ, ਕਿਉਂਕਿ ਉਹ ਅੰਦਰ ਹੀ ਲੱਗੀਆਂ ਹੁੰਦੀਆਂ, ਉਹ ਪੱਤਰੀਆਂ ਯੂਜ਼ ਕੀਤੀਆਂ, ਇਹਨਾਂ ਨੇ ਰॉड्स ਯੂਜ਼ ਕੀਤੀਆਂ। ਸਰ, ਜਿਹੜੀ ਗੋਲਡੀ ਬਰਾਡ ਨੇ ਪੋਸਟ ਪਾਈ ਸੀ ਉਸ ਨੂੰ ਪੰਜਾਬ ਪੁਲਿਸ ਫੇਕ ਦੱਸਦੀ ਹੈ, ਤਾਂ ਉਸ ਤੋਂ ਬਾਅਦ ਜਿਹੜੀ FIR ਦਰਜ ਹੁੰਦੀ ਹੈ, ਇਹ ਚੀਜ਼ ਗੱਲਾਂ ਜਿਹੜੀਆਂ ਉਸ ਪੋਸਟ ਦੇ ਵਿੱਚ ਹੁੰਦੀਆਂ ਨੇ ਉਸੇ FIR ਦੇ ਵਿੱਚ ਦਰਜ ਹੁੰਦੀਆਂ ਨੇ। ਪਰ ਇਸ ਦੇ ਵਿੱਚ ਦੇਖੋ ਜਦੋਂ ਕੋਈ ਜਿਹੜੀ ਇਨਫੋਰਮੇਸ਼ਨ ਆਉਂਦੀ ਹੈ ਨਾ ਜੀ, ਉਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਚੱਲਦਾ ਹੈ ਕਿ ਉਹ ਇਨਫੋਰਮੇਸ਼ਨ ਫੇਕ ਸੀ ਜਾਂ ਠੀਕ ਸੀ। ਇਨਵੈਸਟੀਗੇਸ਼ਨ ਜਿਹੜੀ FIR ਹੁੰਦੀ, ਦੈਟ ਇਜ਼ ਆਲਵੇਜ਼ ਫਸਟ ਇਨਫੋਰਮੇਸ਼ਨ ਰਿਪੋਰਟ। ਸੋ ਜੇ ਕੋਈ ਸੋਸ਼ਲ ਮੀਡੀਆ ਤੇ ਉਸ ਤਰ੍ਹਾਂ ਦੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਗੋਲਡੀ ਬਰਾਡ ਨੇ ਪਾਈ ਸੀਗੀ, ਜੇ FIR ਚੋਂ ਆਇਆ ਤੇ ਉਹ FIR ਦਾ ਪਾਰਟ ਇਜ਼ ਫਸਟ ਇਨਫੋਰਮੇਸ਼ਨ ਰਿਪੋਰਟ। ਉਹਦੀ ਆਥੈਂਟਿਸਿਟੀ ਕਿ ਉਹ ਫੇਕ ਆ ਠੀਕ ਆ, ਉਹ ਇਨਵੈਸਟੀਗੇਸ਼ਨ 'ਚ ਚੈੱਕ ਹੁੰਦੀ ਹੈ। ਲੇਕਿਨ ਹੁਣ ਸਰ ਜਿਹੜੀ ਵੀਡੀਓ ਆਈ ਹੈ ਸਾਹਮਣੇ, ਉਹ ਕਿਤੇ ਨਾ ਕਿਤੇ ਹੁਣ ਤਾਂ ਮੈਚ ਕਰ ਰਹੀ ਹੈ, ਜਿਹੜੇ ਨਾਂ ਉਹਨੇ ਗੋਲਡੀ ਬਰਾਡ ਨੇ FB ਪੋਸਟ ਤੇ ਪਾਏ ਸੀ,
सचिव बेवानी, अंकित सिरसा ਜਿਹੜੇ ਵੀ ਹੈ ਜੋ ਸਾਰੇ ਵੀਡੀਓ 'ਚ ਦਿਖ ਰਹੇ ਨੇ। ਦੇਖੋ ਜਿਹੜੀ ਅੱਜ ਵੀਡੀਓ ਵਾਇਰਲ ਹੋਈ ਆ ਉਹਦੇ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ FIR ਅਸੀਂ ਦਰਜ ਕਰ ਦਿੱਤੀ ਆ। 302 ਦੀ FIR 89 ਨੰਬਰ ਪਹਿਲਾਂ ਵੀ ਦਰਜ ਹੈ, ਜਿਹੜੀ 27 ਤਰੀਕ ਨੂੰ ਦਰਜ ਹੋਈ ਸੀਗੀ। ਸੋ ਦੋਨਾਂ ਕੇਸਾਂ ਦੇ ਵਿੱਚ ਹੀ ਜਿਹੜੇ ਅਕਿਊਜ਼ਡ ਨੇ ਇਹਦੇ ਵਿੱਚ ਜਿਹੜੇ ਨੋਮੀਨੇਟ ਕੀਤੇ ਗਏ ਆ ਉਹ ਸਾਰਿਆਂ ਨੂੰ ਹੁਣ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਵਾਂਗੇ। ਉਹਦੇ 'ਚ ਫਰਦਰ ਜਿਹੜੀ ਆ ਜੋ ਇਨਵੈਸਟੀਗੇਸ਼ਨ 'ਚ ਸਾਰੇ ਤੱਥ ਸਾਹਮਣੇ ਆ ਜਾਣਗੇ ਉਹਦੇ ਵਿੱਚ। ਪਰ ਸਰ ਗੱਲ ਵੱਡੀ ਹੈ ਨਾ, ਪੁਲਿਸ ਨੇ ਤਾਂ ਦੇਖੋ ਪੋਸਟ ਪਾਈ ਕਿ ਇਹ ਫਾਲਸ ਹੈ, ਫੈਕਟ ਸਾਰੇ ਉਹੀ ਸੇਮ ਹੋ ਗਏ। ਉਹਨੂੰ ਕੈਨੇਡਾ ਨਹੀਂ ਉਹ ਇਨਵੈਸਟੀਗੇਸ਼ਨ ਦੈਟ ਇਜ਼ ਵਾਟ ਆਈ ਐਮ ਸੇਇੰਗ ਨਾ ਜੀ। ਇਨਵੈਸਟੀਗੇਸ਼ਨ ਤੋਂ ਬਾਅਦ ਹੀ ਹੁਣ ਪਤਾ ਚੱਲੇਗਾ ਕਿ ਉਹਦੀ ਆਥੈਂਟਿਸਿਟੀ ਕੀ ਹੈ ਉਸ ਚੀਜ਼ ਦੀ। ਸਰ ਕੀ ਜੇ ਵੀਡੀਓਜ਼ ਬਣਾਏਗੀ ਕਿ ਇਹ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਲਾਰੈਂਸ ਜਾਂ ਗੋਲਡੀ ਤੱਕ ਨਹੀਂ ਇਹ ਚੀਜ਼ਾਂ ਜੇ ਜਦੋਂ ਹੁਣ ਤਦੇ ਦੇਖੋ 66 IT ਐਕਟ ਜਿਹੜਾ ਹੁੰਦਾ ਉਹ ਇਹੀ ਹੁੰਦਾ ਹੈ ਕਿ ਉਹ ਇਨਫੋਰਮੇਸ਼ਨ ਟੈਕਨੋਲੋਜੀ ਜਿਹੜੇ ਉਹਦੇ ਕਾਨੂੰਨ ਦੀ ਵਾਇਓਲੇਸ਼ਨ ਜਿਹੜੀ ਕੀਤੀ ਆ ਉਹ ਹੁਣ ਇਨਵੈਸਟੀਗੇਸ਼ਨ 'ਚ ਪਤਾ ਲੱਗੇਗਾ ਕਿ ਉਹ ਵੀਡੀਓ ਦੇਖੋ ਜਿਹੜਾ ਮੋਬਾਈਲ ਸੀਗਾ ਅਜੇ ਇਹ ਵੀ ਨਹੀਂ ਪਤਾ ਹੋ ਸਕਦਾ ਉਹ ਉਸ ਤੋਂ ਬਾਅਦ ਡਿਸਟਰੋਏ ਕਰਕੇ ਉੱਥੇ ਰਿਕਵਰ ਹੋ ਗਿਆ ਹੋਵੇ, ਪਰ ਉਹ ਵੀਡੀਓ ਕਿੱਦਾਂ ਵਾਇਰਲ ਹੋਈ ਉਹ ਸਾਰਾ ਹੁਣ ਇਨਵੈਸਟੀਗੇਸ਼ਨ 'ਚ ਹੀ ਪਤਾ ਲੱਗੂਗਾ। ਕਿੰਨੀ ਜੇ ਉਸੇ ਦਿਨ ਹੋਈ ਆ, ਕਿੰਨੂੰ ਪਹਿਲਾਂ ਗਈ, ਕਿੱਥੋਂ ਸੋਸ਼ਲ ਮੀਡੀਆ ਤੇ ਆਈ, ਦੈਟ ਇਜ਼ ਆਲ ਪਾਰਟ ਆਫ ਇਨਵੈਸਟੀਗੇਸ਼ਨ। ਜਦੋਂ ਤਫਤੀਸ਼ ਹੋਏਗੀ ਉਦੋਂ ਕੜੀ ਜਿਹੜੀ ਆ ਚੇਨ ਜਿਹੜੀ ਆ ਉਦੋਂ ਐਸਟੈਬਲਿਸ਼ ਹੋਏਗੀ ਉਹਦੇ ਵਿੱਚ। ਸਰ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਦੇ ਨੇ, ਫੋਰਸ ਮੰਗੀ ਜਾਂਦੀ ਹੈ ਖਾਸ ਤੌਰ ਤੇ ਕਿ ਲੱਗਦਾ ਸੰਜੀਵ ਮੂਸੇਵਾਲੇ ਦੇ ਡੈਡੀ ਵੀ ਇਸ ਤਰ੍ਹਾਂ ਹੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਗੈਂਗਸਟਰ ਟਿਚ ਸਮਝ ਰਹੇ ਨੇ। ਦੇਖੋ ਜੀ ਫੋਰਸ ਮੰਗਣ ਦੀ ਜਿੱਥੋਂ ਤੱਕ ਗੱਲ ਹੈ ਹਮੇਸ਼ਾ ਹੀ ਆ, ਹਰ ਵਾਰੀ ਜਦੋਂ ਕੋਈ ਵੱਡਾ ਤਿਉਹਾਰ ਹੁੰਦਾ ਵਾ, ਜਦੋਂ ਕੋਈ ਵੱਡਾ ਇਵੈਂਟ ਹੁੰਦਾ ਵਾ, ਜਿੱਦਾਂ 15 ਅਗਸਤ 26 ਜਨਵਰੀ ਹੋ ਗਈ, G20 ਦਾ ਸੰਮੇਲਨ ਹੋ ਰਿਹਾ ਵਾ, ਹਰ ਵਾਰੀ ਜਿਹੜੀ ਆ ਫੋਰਸ ਸੈਂਟਰ ਤੋਂ ਪੰਜਾਬ ਪੁਲਿਸ ਮੰਗਦੀ ਆ ਔਰ ਹਰ ਵਾਰੀ ਆਉਂਦੀ ਹੈ ਫੋਰਸ ਔਰ ਉਹ ਉਸੇ ਪਾਰਟਿਕੂਲਰ ਪਰਪਸ ਵਾਸਤੇ ਆਉਂਦੀ ਹੈ। ਸੋ ਫੋਰਸ ਮੰਗਣਾ ਮੈਨੂੰ ਤੱਥ ਨਹੀਂ ਪਤਾ, ਬਟ ਮੰਗਣਾ ਕੋਈ ਨਵੀਂ ਗੱਲ ਨਹੀਂ ਹੁੰਦੀ, ਫੋਰਸ ਹਮੇਸ਼ਾ ਹੀ ਆਉਂਦੀ ਹੈ। ਤੁਸੀਂ 15 ਅਗਸਤ 26 ਜਨਵਰੀ ਦੇਖ ਲਓ, ਜਦੋਂ ਵੀ ਕੋਈ ਵੱਡੀ ਇਵੈਂਟ ਹੁੰਦੀ ਆ ਹਮੇਸ਼ਾ ਫੋਰਸ ਆਉਂਦੀ ਹੈ ਪੰਜਾਬ ਦੇ ਵਿੱਚ, ਕਿਉਂਕਿ ਜਿਹੜੀ ਸੈਂਟਰਲਾਈਜ਼ਡ ਫੋਰਸਿਸ ਆ ਉਹ ਬਣੀਆਂ ਹੀ ਸਟੇਟ ਨੂੰ ਅਸਿਸਟੈਂਸ ਦੇਣ ਵਾਸਤੇ ਹਰ ਤਰ੍ਹਾਂ ਦਾ। ਸੋ ਉਹ ਮੰਗਣ 'ਚ ਤਾਂ ਕੋਈ ਹਰਜ ਨਹੀਂ ਹੈ। ਕਿ ਇਸ ਤਰ੍ਹਾਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਕਿ ਪੰਜਾਬ ਪੁਲਿਸ ਦਾ ਡਰ ਨਹੀਂ ਬੈਠ ਰਿਹਾ ਉਹਨਾਂ ਦੇ ਗੈਂਗਸਟਰਾਂ ਦੇ ਵਿੱਚ, ਕਿਉਂਕਿ ਨਹੀਂ ਜਿਹੜੇ ਇੰਸੀਡੈਂਟ ਸਰਦਾਰ ਸਾਹਿਬ ਇਹ ਇੰਸੀਡੈਂਟ ਹਮੇਸ਼ਾ ਹੁੰਦੇ ਰਹੇ ਆ, ਬਟ ਹੁਣ ਅੱਜ ਦੀ ਡੇਟ ਦੇ ਵਿੱਚ ਜਿੱਦੀ ਨਕੇਲ ਗੈਂਗਸਟਰ ਦੇ ਉੱਤੇ ਅੱਜ ਦੀ ਡੇਟ 'ਚ ਕੱਸੀ ਗਈ ਆ। ਕਿਉਂਕਿ ਕਿੰਨੇ ਤੁਸੀਂ ਦੇਖੋ ਕਿੰਨੀਆਂ ਅਚੀਵਮੈਂਟਸ ਪੰਜਾਬ ਪੁਲਿਸ ਤੇ ਹੈਗੀਆਂ। 560 ਤੋਂ ਉੱਪਰ ਜਿਹੜੇ ਗੈਂਗਸਟਰ ਆ ਉਹ ਪਿਛਲੇ ਕਰੀਬ 10 ਮਹੀਨੇ 'ਚ ਫੜੇ ਗਏ ਆ। 150 ਤੋਂ ਉੱਪਰ ਮਿਲੋ 156 157 ਜਿਹੜੇ ਗੈਂਗਸਟਰ ਦੇ ਮੋਡਿਊਲਸ ਆ ਉਹ ਬਸਟ ਕੀਤੇ ਗਏ ਆ। ਭਾਰੀ ਮਾਤਰਾ ਦੇ ਵਿੱਚ ਜਿਹੜਾ ਅਸਲਾ ਫੜਿਆ ਗਿਆ ਵਾ। ਗੈਂਗਸਟਰ ਜਿਹੜੇ ਆ ਇੰਨੇ ਹਾਈ ਜਿਹੜੇ ਸੈਂਸੇਸ਼ਨਲ ਕੇਸਿਸ ਦੇ ਵਿੱਚ ਗੈਂਗਸਟਰਸ ਇਨਵੋਲਵ ਸੀਗੇ ਉਹ ਨਿਊਟਰਲਾਈਜ਼ ਹੋਏ ਐਨਕਾਊਂਟਰਸ ਦੇ ਵਿੱਚ। ਸੋ ਜਿੰਨੀ ਸਖਤੀ ਇਸ ਸਮੇਂ ਦੇ ਵਿੱਚ ਹੋਈ ਆ ਉਨੀ ਸਖਤੀ ਤਾਂ ਸ਼ਾਇਦ ਪ੍ਰੋਬੇਬਲੀ ਕਦੀ ਵੀ ਨਾ ਹੋਈ ਹੋਵੇ। ਇੰਨੀ ਸਖਤੀ ਸੈਂਟਰਲ ਜਿਹੜੀਆਂ ਹੈਗੀਆਂ ਏਜੰਸੀਆਂ ਨੇ, ਫੋਰਸਸ ਨੇ, ਕਿੰਨੀਆਂ ਜਿਨ੍ਹਾਂ ਦੇ ਵਿੱਚ ਤਨਾਤ ਆ ਪਿਛਲੇ ਗੱਲ ਚੱਲੀ। ਦੇਖੋ ਇਹ ਸਿਕਿਉਰਿਟੀ ਦੇ ਇਸ਼ੂਜ਼ ਹੁੰਦੇ ਆ ਜੀ, ਇਹ ਚੀਜ਼ਾਂ ਜਿਹੜੀਆਂ ਆਪਾਂ ਸ਼ੇਅਰ ਨਹੀਂ ਕਰ ਸਕਦੇ। ਕੌਣ ਕਿੱਥੇ ਤੈਨਾਤ ਆ ਇਹ ਚੀਜ਼ਾਂ ਡਿਸਕਲੋਜ਼ ਨਹੀਂ ਕੀਤੀਆਂ ਜਾ ਸਕਦੀਆਂ। ਜਿਵੇਂ ਕਿ ਹੁਣ ਪੰਜਾਬ ਗੋਇੰਦਵਾਲ ਜੇਲ੍ਹ ਦੇ ਵਿੱਚ ਹੋਇਆ, ਜੇ ਉੱਥੇ ਕਹਿੰਦੀ ਜ਼ਿਆਦਾ ਤੌਰ ਤੇ ਆਪਣੇ ਨਹੀਂ ਉਹ ਸ਼ੇਅਰ ਨਹੀਂ ਕਰ ਸਕਦੇ ਜੀ। ਦੇਖੋ ਗੋਇੰਦਵਾਲ ਜੇਲ੍ਹ ਦੇ ਅੰਦਰ ਕਿਸ ਤਰ੍ਹਾਂ ਦੀ ਫੋਰਸ ਤੈਨਾਤ ਆ, ਕਿਹੜੀ ਫੋਰਸ ਤੈਨਾਤ ਆ, ਇਹ ਚੀਜ਼ ਇਹ ਇੱਕ ਸਿਕਿਉਰਿਟੀ ਦਾ ਮਸਲਾ ਵਾ। ਇਹ ਚੀਜ਼ਾਂ ਆਪਾਂ ਇਸ ਪਲੇਟਫਾਰਮ ਤੇ ਸ਼ੇਅਰ ਨਹੀਂ ਆਪਾਂ ਕਰ ਸਕਦੇ। ਬਟ ਉੱਥੇ ਜਿਹੜਾ ਵੀਡੀਓ ਦਿਖ ਰਿਹਾ ਸਰ ਉਸ ਦੇ ਵਿੱਚ ਜਿਹੜੇ ਸਿਕਿਉਰਿਟੀ ਵਾਲੇ ਆ ਨੇ ਉਹ ਤਾਂ ਲੱਗਾ ਜਿੱਦਾਂ ਸਰੈਂਡਰ ਕਰਤਾ ਉਹਨਾਂ ਨੇ। ਨਹੀਂ ਦੇਖੋ ਦੋ ਸਿਕਿਉਰਿਟੀ ਵਾਲੇ ਉਹ 'ਚ ਨਜ਼ਰ ਆ ਰਹੇ ਸੀ, ਉਹ ਦੋਨਾਂ ਨੂੰ ਤਦੇ ਹੀ ਆਪਾਂ ਉਹ ਦੋਨੇ ਮੁਅੱਤਲ ਕੀਤੇ ਗਏ, ਉਹਨਾਂ ਦੋਨਾਂ ਨੂੰ ਅਰੈਸਟ ਵੀ ਕੀਤਾ ਗਿਆ। ਸੋ ਉਹਨਾਂ ਦੀ ਤਾਂ ਆਪਾਂ ਮੰਨ ਨਹੀਂ ਰਹੇ, ਅਸੀਂ ਐਸਟੈਬਲਿਸ਼ ਹੀ ਕੀਤਾ ਹੈ ਕਿ ਉਹਨਾਂ ਦੀ ਨਲਾਇਕੀ ਹੈਗੀ ਇਹਦੇ ਵਿੱਚ, ਨੈਗਲੀਜੈਂਸ ਹੈਗੀ ਹੈ। ਸਰ ਉਸ ਵੀਡੀਓ ਦੇ ਵਿੱਚ ਹਾਂਜੀ ਹੋਰ ਕੋਈ ਸਿਕਿਉਰਿਟੀ ਆਂਦੀ ਦਿਖ ਨਹੀਂ ਰਹੀ। ਨਹੀਂ ਉਹ ਵੀਡੀਓ ਬਹੁਤ ਕੁਝ ਸੈਕਿੰਡਸ ਦੀ ਵੀਡੀਓ ਹੈ ਨਾ ਜੀ। ਉਹ ਤੁਰੰਤ ਬਣਾਈ ਆ, ਨਾਲ ਦੀ ਨਾਲ ਮੇਬੀ ਜਦੋਂ ਫੋਰਸ ਆ ਗਈ ਆ ਉਦੋਂ ਬੰਦ ਕਰ ਦਿੱਤੀ ਗਈ ਹੈ। ਸੋ ਉਹ ਵੀਡੀਓ ਤਾਂ ਬਹੁਤ ਸ਼ਾਰਟ ਵੀਡੀਓ, ਬਹੁਤ ਫਿਊ ਸੈਕਿੰਡਸ ਦੀ ਵੀਡੀਓ ਵਾਇਰਲ ਹੋਣ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਉਹਨਾਂ ਨੇ ਬਿਆਨ ਦਰਜ ਕਰਵਾਏ ਸੀ ਵੀ ਇਦਾਂ ਦਾ ਹੋਇਆ। ਨਹੀਂ ਇਹ ਸਾਰਾ ਤਫਤੀਸ਼ ਦਾ ਵਿਸ਼ਾ ਸਰਦਾਰ ਜੀ, ਇਹ ਅਜੇ ਇਹਨਾਂ ਹਰ ਚੀਜ਼ ਮਾਈਨਿਊਟ ਚੀਜ਼ ਨਹੀਂ ਡਿਸਕਲੋਜ਼ ਕਰ ਸਕਦੇ। ਪਰਚਾ ਨੈਚੁਰਲੀ ਜਿਹੜਾ ਵਿਜੇ ਕੁਮਾਰ ਆ ਉਹਦੇ ਬਿਆਨਾਂ ਤੇ ਹੀ ਪਰਚਾ ਹੋਇਆ ਸੀਗਾ, ਬਟ ਹੁਣ ਮਾਈਨਿਊਟ ਡਿਟੇਲਸ ਜਿਹੜੀਆਂ ਨੇ ਉਹ ਤਫਤੀਸ਼ ਦੇ ਦੌਰਾਨ ਹੀ ਸਾਹਮਣੇ ਆਉਣਗੀਆਂ ਅੱਗੇ। एक सर ड्रोन को लेकर जो कोई पॉलिसी बनाई है सरहदी इलाकों को लेकर वो सब क्या है? नहीं ड्रोन की एज सच कोई अलग से पॉलिसी नहीं है। ड्रोन की जो पॉलिसी है वो सेंट्रल गवर्नमेंट की ही पॉलिसी होती है, लेकिन उसमें अलग अलग डिस्ट्रिक्ट्स में जो डिप्टी कमिश्नर्स हैं या कमिश्नर ऑफ पुलिस हैं वो अपनी तरफ से ऑर्डर्स पास कर सकते हैं, और वो टाइमिंग के हिसाब से कई बार जैसे 15 अगस्त है, 26 जनवरी है, जहाँ कोई मेजर इवेंट आ रही है तो उसमें वो ऑर्डर्स पास करते हैं कि क्या क्या कंडीशंस वो रखते हैं उसमें, कि किस तरह से कौन से एरिया में प्रोहिबिटेड है,
अगर किसी ने ड्रोन चलाना है तो कौन सी परमिशन चाहिए, सो दैट इज ऑलवेज डिस्ट्रिक्ट स्पेसिफिक। तो रजिस्ट्रेशन ਨੂੰ ਲੈ ਕੇ रजिस्ट्रेशन वगैरह ਨੂੰ ਲੈ ਕੇ भी नहीं, वो एक पॉलिसी है दैट इज स्टिल इन द पाइपलाइन। वो एक सेंट्रल गवर्नमेंट की पॉलिसी है, वो अभी पाइपलाइन में है, वो फाइनलाइज नहीं हुई अभी।